साडे समाज की कहानी है। जे एक माँ अपनी धी नूं नहीं बचाएगी तो कौन बचाऊगा। आओ असी अपनी बेटियां नूं जन्म लैण दा अधिकार देइए, इस कोशिश नूं कामयाब करिए। कौन हाँ मैं, उम्मीद जिंदगी दी, खुशियां दा हसीन एक पल हाँ मैं। चार दीवारी नूं बनांदी हाँ मैं घर, एक भैन, एक मां, एक बेटी, एक पत्नी हाँ मैं। जंगे आजादी दे मैदान विच लड़ी जो ओ झांसी दी रानी हाँ मैं। चन्न तक जिसने परी उडारी ओ कल्पना चावला हाँ मैं। पर अज ता मेरे पैदा होने ते ही लाई जा रही है रोक, मेरे जन्म ते मनाया जांदा है सोग। कित्थे बाबा नानक अज जिना आख्या सो क्यों मंदा आखिए जित जम्मे राजान। मैनू जन्म लैण दा मौका दिओ, तुहाडे सिर दा ताज बनांगी मैं। समझो ना मैनू कुल ते दाग, पुत्ता वांगू करदा रोशन चराग बनांगी मैं। आओ असी सारे रल मिल के अपनी धीआं नूं अगे वधाइए, वो साडे समाज दा ही नहीं सारे देश दा नाम रोशन करनगियां। हकीम डॉक्टर वीरो कहंदा पिया ज़माना हुण बंद करो अणजम्मियां दियां मारन दियां दुकाना हुण। वास्ता रब दा मानवता ते ना अत्याचार करो, तियां दा सत्कार करो, पुत्तरां वांगू प्यार करो।
ਡਾਕਟਰ ਸਾਹਿਬ, ਪੈਸੇ ਤੁਸੀਂ ਰੱਖ ਲਓ ਤੇ ਧੀ ਅਸੀਂ ਰੱਖ ਲੈਨੇ ਆ। ਧੀ ਦੇ ਮਾਪੇ ਕਰਜ਼ਾ ਚੁੱਕ ਕੇ ਧੀ ਨੂੰ ਜਦੋਂ ਵਿਆਹੁੰਦੇ ਨੇ, ਦਾਜ ਦਹੇਜ ਦੇ ਲੋਭੀ ਲੋਕੀ ਪੁੱਤਰਾਂ ਦਾ ਮੁੱਲ ਪਾਉਂਦੇ ਨੇ, ਪੁੱਤਰਾਂ ਦਾ ਮੁੱਲ ਪਾਉਂਦੇ ਨੇ। ਬਹੁਤ ਹੋ ਗਿਆ ਰੱਬ ਕਰਕੇ, ਹੁਣ ਤੇ ਬੰਦ ਵਪਾਰ ਕਰੋ। ਧੀਆਂ ਧੀਆਂ ਦਾ ਸਤਿਕਾਰ ਕਰੋ, ਪੁੱਤਰਾਂ ਵਾਂਗੂ ਪਿਆਰ ਕਰੋ। ਧੀਆਂ ਦਾ ਸਤਿਕਾਰ ਕਰੋ, ਪੁੱਤਰਾਂ ਵਾਂਗੂ ਪਿਆਰ ਕਰੋ। ਧੀਆਂ ਧੀਆਂ ਜਿਸਨੇ ਆਪਣੇ ਤਨ ਮਨ ਉੱਤੇ ਲੱਖਾਂ ਦਰਦ ਹੰਡਾਏ, ਰਿਸ਼ੀ ਮੁਨੀ ਅਵਤਾਰ ਪੈਗੰਬਰ ਭੁੱਖ ਜਿਹਦੀ ਨੇ ਚਾਏ। ਓ ਰਿਸ਼ੀ ਮੁਨੀ ਅਵਤਾਰ ਪੈਗੰਬਰ ਭੁੱਖ ਜਿਹਦੀ ਨੇ ਚਾਏ। ਉਸ ਆਦਮ ਦੀ ਜਾਈ ਤਾਈ ਨਮਸਕਾਰ ਲਖਵਾਰ ਕਰੋ। ਧੀਆਂ ਧੀਆਂ ਦਾ ਸਤਿਕਾਰ ਕਰੋ, ਪੁੱਤਰਾਂ ਵਾਂਗੂ ਪਿਆਰ ਕਰੋ। ਪੰਜਾਬ ਇੱਕ ਅਜਿਹਾ ਸੂਬਾ ਜਿਹਦੀ ਧਰਤੀ ਦੀ ਮਹਿਕ ਦੇਸ਼ ਹੀ ਨਹੀਂ ਬਲਕਿ ਪੂਰੀ ਦੁਨੀਆ ਵਿੱਚ ਮਸਤੀ ਦਾ ਪੈਗਾਮ ਦਿੰਦੀ ਹੈ। ਗੁਰੂਆਂ ਅਤੇ ਫਕੀਰਾਂ ਦੀ ਇਸ ਧਰਤੀ ਨੇ ਜਿੱਥੇ ਪੂਰੀ ਦੁਨੀਆ ਵਿੱਚ ਪ੍ਰੇਮ ਦਾ ਸੁਨੇਹਾ ਪਹੁੰਚਾਇਆ, ਉੱਥੇ ਹੀ ਇਸ ਧਰਤੀ ਦੇ ਸ਼ਹੀਦਾਂ ਨੇ ਇਸ ਦਾ ਮਾਣ ਵਧਾਇਆ। ਜਦ ਵੀ ਲੋੜ ਪਈ, ਇਸ ਧਰਤੀ ਦੀਆਂ ਔਲਾਦਾਂ ਸਭ ਤੋਂ ਪਹਿਲੀ ਕਤਾਰ ਵਿੱਚ ਖੜੀਆਂ ਨਜ਼ਰ ਆਈਆਂ। ਪਰ ਇਹ ਵੀ ਇੱਕ ਸੱਚਾਈ ਹੈ ਕਿ ਹਰ ਦੌਰ ਵਿੱਚ ਇਸ ਧਰਤੀ ਨੂੰ ਲਹੂ ਲੁਹਾਨ ਕੀਤਾ ਗਿਆ। ਪਰ ਪੰਜਾਬੀਅਤ ਨੂੰ ਕੋਈ ਵੀ ਕਾਇਲ ਨਹੀਂ ਕਰ ਪਾਇਆ। ਜਿੱਥੇ ਆਜ਼ਾਦੀ ਦੇ ਵਕਤ ਇਸ ਸੂਬੇ ਨੇ ਬਟਵਾਰੇ ਦਾ ਦੰਸ਼ ਝੇਲਿਆ, ਉੱਥੇ ਆਪਰੇਸ਼ਨ ਬਲੂ ਸਟਾਰ ਨੇ ਇਹਦੇ ਕਲੇਜੇ ਨੂੰ ਛਲਨੀ ਕੀਤਾ। ਪਰ ਵਕਤ ਦੇ ਨਾਲ-ਨਾਲ ਇਸ ਧਰਤੀ ਦੇ ਸਪੂਤਾਂ ਨੇ ਇਸ ਸੂਬੇ ਨੂੰ ਖੜਾ ਕਰਨ ਵਿੱਚ ਕੋਈ ਕਸਰ ਨਹੀਂ ਛੱਡੀ। ਇੱਕ ਪਾਸੇ ਇਸ ਸੂਬੇ ਦੇ ਕੁਝ ਲੋਕੀ ਆਪਣੇ ਸੂਬੇ ਨੂੰ ਸਾਂਭਣ ਲੱਗੇ ਸੀ, ਉੱਥੇ ਦੂਜੇ ਪਾਸੇ ਸਮਾਜ ਦੇ ਕੁਝ ਲੋਕੀ ਭ੍ਰਸ਼ਟਾਚਾਰ ਨੂੰ ਬੜਾਵਾ ਦੇ ਰਹੇ ਸੀ ਤੇ ਇਸੇ ਭ੍ਰਸ਼ਟਾਚਾਰ ਨੂੰ ਦੂਰ ਕਰਨ ਲਈ ਇੱਕ ਵਾਰ ਫੇਰ ਸਮਾਜ ਨੇ ਸਰਕਾਰ ਨੂੰ ਕਰਾਰਾ ਜਵਾਬ ਦਿੱਤਾ ਤੇ ਸੰਨ 2007 ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਆਪਣਾ ਨੇਤਰਤਵ ਸੌਂਪਿਆ। ਉਹ ਸਰਕਾਰ ਜਿਹਦਾ ਸੁਪਨਾ ਸੀ ਪੰਜਾਬ ਨੂੰ ਆਪਣਾ ਖੋਇਆ ਹੋਇਆ ਵਜੂਦ ਦਿਲਾਣਾ। ਸ਼੍ਰੋਮਣੀ ਅਕਾਲੀ ਦਲ ਸਰਕਾਰ ਦੀ ਇਸ ਮੁਹਿੰਮ ਵਿੱਚ ਸਭ ਤੋਂ ਵੱਧ ਚੜ੍ਹ ਕੇ ਹਿੱਸਾ ਲਿੱਤਾ ਇਸ ਪਰਿਵਾਰ ਦੀ ਧੀ ਹਰਸਿਮਰਤ ਕੌਰ ਬਾਦਲ ਨੇ।
ਸਤਨਾਮ ਸ੍ਰੀ ਵਾਹਿਗੁਰੂ। ਜਿਨ੍ਹਾਂ ਦਾ ਮਕਸਦ ਸੀ ਪੀੜਿਤ ਪਰਿਵਾਰਾਂ ਦੀ ਆਵਾਜ਼ ਨੂੰ ਕੇਂਦਰ ਸਰਕਾਰ ਤੱਕ ਪਹੁੰਚਾਉਣਾ ਤੇ ਲੋਕਾਂ ਨੂੰ ਉਹਨਾਂ ਦਾ ਹੱਕ ਦਿਵਾਉਣਾ। ਉਹਨਾਂ ਦੀ ਇਸ ਭਾਵਨਾ ਨੂੰ ਵੇਖਦੇ ਹੋਏ ਅਕਾਲੀ ਦਲ ਨੇ ਬਠਿੰਡਾ ਤੋਂ ਉਹਨਾਂ ਨੂੰ ਆਪਣਾ ਉਮੀਦਵਾਰ ਬਣਾਇਆ। ਜਿੱਥੇ ਇੱਕ ਪਾਸੇ ਸ਼੍ਰੋਮਣੀ ਅਕਾਲੀ ਦਲ ਸਰਕਾਰ ਸਮਾਜ ਦੇ ਸਸ਼ਕਤੀਕਰਨ ਦਾ ਪ੍ਰਯਾਸ ਕਰ ਰਹੀ ਸੀ ਤੇ ਦੂਜੇ ਪਾਸੇ ਇੱਕ ਸਵਾਲ ਹਲੇ ਵੀ ਸਵਾਲ ਬਣਿਆ ਹੋਇਆ ਸੀ। 1984 ਵਿੱਚ ਹੋਏ ਨਰਸੰਹਾਰ ਵਿੱਚ ਮਾਰੇ ਗਏ ਸਿੱਖਾਂ ਦੇ ਪਰਿਵਾਰਾਂ ਨੂੰ ਇਨਸਾਫ ਦਿਲਾਣਾ, ਕੇਂਦਰ 'ਚ ਸੋ ਰਹੀ ਸਰਕਾਰ ਨੂੰ ਜਗਾਉਣਾ, ਇਨ੍ਹਾਂ ਪਰਿਵਾਰਾਂ ਦੇ ਦਰਦ ਤੇ ਆਪ ਬੀਤੀ ਨੂੰ ਵੀ ਹਰਸਿਮਰਤ ਜੀ ਨੇ ਸੰਸਦ ਵਿੱਚ ਸੁਣਾਇਆ। The 1984 riot saw thousands of wives being widowed, thousands of children being orphaned, thousands of mothers lost their beloved sons and sisters, their loving husbands. Madam, to lose a single loved one in the family is heartbreaking. Imagine the plight of those women who lost their husbands, their son, their father, their brother in one stroke. And this is not conjecture, madam. I would tell you about Manjeet Kaur of Shakarpur, who lost 21 members of her family that night. Meena Kumari from Sultanpuri, who was getting prepared for her wedding. 9 members of her family, male members, were wiped out in one night and she herself kidnapped and tortured. These are not thousands of faceless victims, ma'am. There are people like you and me who have lived this pain and horror for the last 25 years with the one hope that someday the guilty would be brought to book who did this to them. In the eyes of our law, everybody is equal, madam, be it a Prime Minister or an Aam Aadmi. Let's uphold the essence of this secularism. Let's together and collectively stand behind what is right and unitedly fight what is wrong. To restore, to some extent, the dignity of those 7,000 innocent lives that were wiped out mercilessly. But most importantly, to ensure that no community in our country, no minority community in our country should ever live in the fear of their own countrymen in their own motherland. Thank you. ਇਸ ਮੁੱਦੇ ਤੇ ਰਾਜਨੀਤੀ ਦੇ ਕੁਝ ਨੇਤਾਵਾਂ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ। इतने गंभीर मसले पर जिस प्रकार से ध्यान से सारे सदन ने सुना, कितनी कमीशंस बनी और क्या क्या उन्होंने घोषणाएं की, निर्णय किए, लेकिन अच्छा होगा कि आज पुरानी बातों को अलग रख करके यह सदन ने पूरे जिस ध्यान से सुना है उसी ध्यान से सदन के नेता उसका गंभीर नोटिस लेकर के और उस पर समुचित कार्रवाई करने का वचन सदन को दे और कहे ज़रूरत हो तो एक छोटी सी कमेटी बना दे सदन की। कमीशन छोड़ दीजिए, कमीशन बहुत बनी, लेकिन एक कमेटी सदन की बने और जो उसको देख करके समुचित कार्रवाई इस पर करे, क्योंकि इसका होना चाहिए जरूर। ਹਲੇ ਇਹ ਜ਼ਖਮ ਭਰੇ ਵੀ ਨਹੀਂ ਸੀ ਕਿ ਇੱਕ ਹੋਰ ਜ਼ਖਮ ਸਿੱਖ ਸਮਾਜ ਨੂੰ ਦਿੱਤਾ ਗਿਆ। ਫਰਾਂਸ ਵਿੱਚ ਸਿੱਖਾਂ ਦੇ ਖਿਲਾਫ ਪਾਬੰਦੀ ਦੀ ਗੱਲ। ਇਸ ਮੁੱਦੇ ਤੇ ਖੁਦ ਸ਼੍ਰੋਮਣੀ ਅਕਾਲੀ ਦਲ ਸਰਕਾਰ ਨੇ ਫਰਾਂਸ ਦੇ ਰਾਸ਼ਟਰਪਤੀ ਦੇ ਨਾਲ ਮੁਲਾਕਾਤ ਕੀਤੀ। ਭਾਵੇਂ ਰਾਸ਼ਟਰੀ ਸਤਰ ਹੋਵੇ ਜਾਂ ਅੰਤਰਰਾਸ਼ਟਰੀ ਸਤਰ, ਹਰਸਿਮਰਤ ਜੀ ਨੇ ਇਸ ਮੁੱਦੇ ਤੇ ਹਰ ਥਾਂ ਤੇ ਵਿਚਾਰ ਵਟਾਂਦਰਾ ਕੀਤਾ ਤੇ ਆਪਣੀ ਆਵਾਜ਼ ਨੂੰ संसद विच भी बुलंद कीता। मैडम, ये बहुत ही दुख की बात है कि देश की एक कम्युनिटी जिसने इस देश की आजादी में सबसे बड़ा योगदान पाया, आज जब उस कम्युनिटी की आइडेंटिटी को खत्म करने के लिए पूरे विश्व में एक साजिश रची जा रही है और उसी स्टेट के जो ये बातें बोल रहे हैं, इनके मंत्री बैठे हुए हैं उस महकमे में जो आज तक मुंह नहीं खोल सके हैं। ये क्या बोल रहे हैं? आपसे पूछ रहे हैं, इनको बोले अपने ही पार्टी से पता करें। और सबसे शर्म की बात, आज सिखों के बच्चों को फ्रांस जैसे देशों में स्कूल में भर्ती नहीं होने दे रहे, कह रहे टर्बन उतारो, बाल काटो, दाढ़ी हटाओ, ये कड़ा भी नहीं पहनने दे रहे हैं। ये कोई उधर फोटो लेनी है अपनी ड्राइविंग लाइसेंस की तो टर्बन हटाओ, ये पासपोर्ट में वीजा लगाना है टर्बन हटाओ। एक कंट्री ने शुरू किया, दूसरे से तीसरे सारे कॉपी कर रहे हैं। ये हमारे एक कम्युनिटी की आइडेंटिटी पे सिक्योरिटी थ्रेट नहीं, वाइप आउट थ्रेट है और ये सरकार ने उसके बारे में एक लफ्ज भी नहीं बोला।
जब यहाँ के फ्रांस के जब राष्ट्रपति यहाँ पे आए तो अकाली दल के लोगों ने उनका मेमोरेंडम लेके गए। ये कहाँ थे उस टाइम, कहाँ थे उस टाइम? पूछा इनसे, इन्होंने मुंह खोला, इनकी सरकार ने मुंह खोला, एक बारी बात नहीं उठाई। आज सिखों के दुनिया भर में बेइज्जती हो रही है। उनके टर्बन को, टर्बन से सिक्योरिटी थ्रेट इनको महसूस होता है। जो एक देश की सरकार, जो एक देश की सरकार अपनी कम्युनिटी की हिफाजत नहीं करेगी तो कौन करेगा? ये कांग्रेस सरकार सिख विरोधी है, माइनॉरिटी विरोधी है। ਕਿਸੇ ਨੂੰ ਵੀ ਨਹੀਂ ਪਤਾ ਸੀ ਇੱਕ ਸਮਾਜਿਕ ਕਾਰਜ ਕਰਨ ਵਾਲੀ ਔਰਤ ਸੰਸਦ ਦੀ ਮੁਖਰ ਆਵਾਜ਼ ਬਣ ਜਾਵੇਗੀ। ਭਾਵੇਂ ਕਿਸਾਨਾਂ ਦਾ ਮੁੱਦਾ ਹੋਵੇ ਜਾਂ ਵੱਧਦੀ ਹੋਈ ਮਹਿੰਗਾਈ ਦਾ, ਉਹਨਾਂ ਨੇ ਸੰਸਦ ਵਿੱਚ ਖਰਾਬ ਹੋ ਰਹੇ ਅਨਾਜ ਤੇ ਕਿਸਾਨਾਂ ਦੇ ਹੱਕ ਲਈ ਵੀ ਆਵਾਜ਼ ਉਠਾਈ ਕਿ ਕਿਸ ਤਰ੍ਹਾਂ ਸਰਕਾਰ ਕਰੋੜਾਂ ਰੁਪਏ ਖਰਚ ਕਰ ਦਿੰਦੀ ਹੈ ਅਨਾਜ ਨੂੰ ਸਾਂਭਣ ਵਾਸਤੇ, ਪਰ ਫਿਰ ਵੀ ਅਨਾਜ ਸੜਦਾ ਰਹਿੰਦਾ ਹੈ। ਉਹਨਾਂ ਨੇ ਇਹ ਵੀ ਕਿਹਾ ਕਿ ਅੱਜ ਸਾਡੇ ਦੇਸ਼ ਵਿੱਚ ਹਰ ਰੋਜ਼ 7000 ਆਦਮੀ ਭੁੱਖ ਨਾਲ ਮਰ ਜਾਂਦਾ ਹੈ ਤੇ ਤਕਰੀਬਨ 20 ਕਰੋੜ ਲੋਕ ਭੁੱਖੇ ਸੌਂਦੇ ਨੇ। ਉਹਨਾਂ ਨੇ ਕੇਂਦਰ ਸਰਕਾਰ ਤੋਂ ਆਗ੍ਰਹਿ ਕੀਤਾ ਕਿ ਅਨਾਜ ਨੂੰ ਸੜਾਉਣ ਦੀ ਬਜਾਏ ਉਹਨੂੰ ਗਰੀਬਾਂ 'ਚ ਵੰਡ ਦਿੱਤਾ ਜਾਵੇ ਜੋ ਕਿ ਰੋਜ਼ ਭੁੱਖੇ ਸੌਂਦੇ ਨੇ। Last year when there was a drought in our country, and you can imagine in an agrarian state where 3/4 of the farmers are under a debt trap already, when there is no monsoon, what it means to that farmer. Even then the debt-ridden farmer, but enterprisingly he pulled out all his resources and put in everything he could afford to save his crop. And in the process of saving his crop, he ensured the food security of this nation in the face of a countrywide drought. But ma'am, look at the irony. That crop of paddy which was saved due to the labor, the toil, the hard work, the money, the sweat invested by the farmer has been allowed to rot and decay for the last 1 year in the name of food safety standards, because the health ministry says that this is 1% more damaged than the acceptable norms. The grain is 1% more broken than the acceptable norms, and that there is a pinpoint black spot on it. Madam, I would like to point out to you that in Punjab, as of the last 1 year, 40 lakh metric tons of a variety of rice called PAU 201 has been lying out in the open cap storage space, rotting, because the FCI has said that they will not lift this rice because the health ministry has declared that this grain is damaged. Today, this government is working overtime to reject 40 lakh tons worth 4,000 crores of rupees, which would feed 50 lakh hungry people for 1 full year, to reject this in the name of safety standards. I request the ministry to urgently have this rice lifted at the earliest possible, because this 40 lakh tons is not poisonous, it is not harmful, and it can save the lives of those lakhs of hungry people who are dying due to hunger even this very minute. ਭ੍ਰਸ਼ਟਾਚਾਰ ਤੇ ਮਹਿੰਗਾਈ ਦੇ ਦੌਰ ਵਿੱਚ ਜਦ ਕੇਂਦਰ ਸਰਕਾਰ ਆਪਣੇ ਕੰਨ ਬੰਦ ਕਰਕੇ ਸੌਂ ਰਹੀ ਸੀ, ਤਦ ਇੱਕ ਆਮ ਬਜ਼ੁਰਗ ਅੰਨਾ ਹਜ਼ਾਰੇ ਨੂੰ ਭ੍ਰਸ਼ਟਾਚਾਰ ਤੇ ਮਹਿੰਗਾਈ ਦੇ ਖਿਲਾਫ ਅਨਸ਼ਨ ਤੇ ਬਹਿਣਾ ਪਿਆ। ਜਿਨ੍ਹਾਂ ਦਾ ਸਾਥ ਪੀੜਿਤ ਲੱਖਾਂ ਲੋਕਾਂ ਨੇ ਤੇ ਕੁਝ ਨੇਤਾਵਾਂ ਨੇ ਵੀ ਦਿੱਤਾ, ਜਿਨ੍ਹਾਂ ਦੀ ਮੰਗ ਸੀ ਸਧਾਰਨ ਲੋਕਪਾਲ ਬਿੱਲ, ਜਿਹਦੇ ਪੱਖ ਵਿੱਚ ਹਰਸਿਮਰਤ ਜੀ ਨੇ ਵੀ ਸੰਸਦ ਵਿੱਚ ਆਵਾਜ਼ ਬੁਲੰਦ ਕੀਤੀ। I say Anna Hazare, with greatest respect, is a gentleman of very high virtue. He is trying to clean up this system, but if people have taken to the streets, it's not because of Anna Hazare, it's because of what he stands for. The symbol of rooting out what has become synonymous with this parliament and with the politician corruption. And people have had it till here. They don't know how to get over it. So they are supporting a person who seems to be coming in front, who says he will clean this all up. And I think that is what we need to hear over here. ਭ੍ਰਸ਼ਟਾਚਾਰ ਤੇ ਮਹਿੰਗਾਈ ਦੀ ਮਾਰ ਆਮ ਆਦਮੀ ਹੀ ਨਹੀਂ, ਬਲਕਿ ਪ੍ਰਦੇਸ਼ ਦੀ ਸਰਕਾਰ ਤੇ ਵੀ ਪਈ, ਜਿੱਥੇ ਅਕਾਲ ਦੇ ਸਮੇਂ ਬਾਕੀ ਪ੍ਰਦੇਸ਼ਾਂ ਨੂੰ ਕੇਂਦਰੀ ਸਹਾਇਤਾ ਰਾਸ਼ੀ ਵੰਡੀ ਗਈ, ਉੱਥੇ ਪੰਜਾਬ ਨੂੰ ਹਰਾ ਭਰਾ ਪ੍ਰਦੇਸ਼ ਕਹਿ ਕੇ ਨਕਾਰ ਦਿੱਤਾ ਗਿਆ। सर, जब ड्राउट रिलीफ का सबको फंड दिया गया, सेंट्रल गवर्नमेंट ने उनको ड्राउट रिलीफ का फंड दिया, जहां सबसे कम बारिश हुई उस स्टेट को ड्राउट हिट नहीं किया गया, क्योंकि
We were not declared drought hit because the government says drought hit तो वो होती है जहां पे फसल बचती नहीं है। पंजाब सरकार ने अपनी बिजली लेके खरीद के, फार्मर ने अपने पैसे डाल के, क्योंकि अपने फसल को बचा लिया, देश का पेट भरने के लिए उनको अन्न दिया, तो आज हमें उसका नुकसान भुगतना पड़ रहा है बिकॉज वी सेव्ड आवर क्रॉप। आज हमारे नेबरिंग स्टेट्स को सबको कंसेशन दिए जा रहे हैं, टैक्स हॉलिडेज। आप समझिए कि हमारे नेबरिंग स्टेट्स को टैक्स कंसेशन मिलने करके पंजाब में से 250 इंडस्ट्री उठ के दूसरे स्टेट्स में चली गई है। 3600 करोड़ का हमें नुकसान हुआ और हजारों की नौकरियां चली गई हैं। इस चीज को नहीं देखा जाता कि पंजाब में आज हिंदुस्तान की सबसे ज्यादा शेड्यूल कास्ट पॉपुलेशन 29% पंजाब में रहती है, और इन गरीबों में इतनी गरीबी है सर, इनके पास ना रहने के लिए मकान है, ना नौकरी है, ना इनके पास खाने के लिए खाना मिलता है। 2 समय की सख्त मजदूरी करके आज इस सरकार की दी हुई महंगाई के कारण 2 समय की रोटी नहीं, 1 समय की रोटी अपने बच्चों को खिला के खुद खाली पेट सोते हैं। और ये सरकार कहती है पंजाब डेवलप्ड स्टेट है। सर, डेवलपमेंट सड़कों और स्कूलों के आंकड़ों से नहीं डेवलपमेंट कहलाई जाती। डेवलपमेंट वो होती है जिस देश में, जिस स्टेट में कोई भूखा पेट ना सोता हो। ਉਹਨਾਂ ਨੇ ਇਹ ਵੀ ਕਿਹਾ ਕਿ ਇਸ ਮਹਿੰਗਾਈ ਦਾ ਅਸਰ ਸਭ ਤੋਂ ਜ਼ਿਆਦਾ ਕਿਸਾਨਾਂ ਤੇ ਪੈਂਦਾ ਹੈ। ਨਾਲ ਹੀ ਨਾਲ ਇਹ ਵੀ ਕਿਹਾ ਕਿ ਅੱਜ ਪੰਜਾਬ ਵਿੱਚ ਕੀਮਤਾਂ 5 ਗੁਣਾ ਵੱਧ ਗਈਆਂ ਨੇ, ਜਿਸ ਕਰਕੇ 76% ਵਿੱਚੋਂ 17% ਕਿਸਾਨ ਫਸਲਾਂ ਦੇ ਲਈ ਚੁੱਕੇ ਗਏ ਪੈਸੇ ਦਾ ਵਿਆਜ ਵੀ ਆਪਣੀ ਆਮਦਨੀ ਵਿੱਚੋਂ ਵਾਪਸ ਨਹੀਂ ਕਰ ਪਾਉਂਦੇ। ਸਮਾਜ ਦੇ ਹਰ ਮੁੱਦੇ ਤੇ ਹਰਸਿਮਰਤ ਜੀ ਨੇ ਆਪਣੇ ਵਿਚਾਰ ਜ਼ੋਰਦਾਰ ਢੰਗ ਨਾਲ ਰੱਖੇ, ਭਾਵੇਂ ਉਹ ਸਿੱਖਿਆ ਦਾ ਵਿਵਸਾਈਕਰਨ ਕਿਉਂ ਨਾ ਹੋਵੇ। ਉਹਨਾਂ ਨੇ ਸੰਸਦ ਵਿੱਚ ਕਿਹਾ ਕਿ ਅਮਰੀਕਾ ਵਿੱਚ 160 ਸਿੱਖਿਆ ਸੰਸਥਾਨ ਨੇ ਜਿਹੜੇ ਟੌਪ 500 ਵਿੱਚ ਆਉਂਦੇ ਨੇ, ਤੇ ਦੂਜੇ ਦੇਸ਼ਾਂ ਵਿੱਚ ਕਈ ਇਹੋ ਜਿਹੇ ਸਿੱਖਿਆ ਸੰਸਥਾਨ ਨੇ ਜੋ ਕਿ ਸਾਡੇ ਤੋਂ ਅੱਗੇ ਨੇ, ਪਰ ਸਾਡੇ ਦੇਸ਼ 'ਚ ਸਿਰਫ 3 ਹੀ ਟੌਪ ਸਿੱਖਿਆ ਸੰਸਥਾਨ ਨੇ, ਜਿਸ ਕਰਕੇ ਸਾਡੇ ਦੇਸ਼ ਦੇ ਬੱਚੇ ਦੂਜੇ ਦੇਸ਼ਾਂ ਵਿੱਚ ਜਾ ਕੇ ਪੜ੍ਹਦੇ ਨੇ ਤੇ ਸਾਡੇ ਦੇਸ਼ ਦਾ ਬਹੁਤਾ ਪੈਸਾ ਦੂਜੇ ਦੇਸ਼ਾਂ ਵਿੱਚ ਚਲਾ ਜਾਂਦਾ ਹੈ। ਉਹਨਾਂ ਨੇ ਕੇਂਦਰ ਸਰਕਾਰ ਤੋਂ ਦੇਸ਼ ਵਿੱਚ ਪੋਲੀਟੈਕਨਿਕ ਤੇ ਉੱਚ ਸਿੱਖਿਆ ਨੂੰ ਵੀ ਉੱਚ ਸਤਰ ਤੱਕ ਲੈ ਜਾਣ ਲਈ ਮੰਗ ਕੀਤੀ। A lot of our youth cannot make it to these top universities. They need technical and polytechnic kind of education, also vocational training. Whereas in our country, there's only 6,700 technical polytechnics of technical education. In a country like China, there are 5 lakh, out of which 3.5 lakh are in the rural areas. Today, the rural areas do not have a good college. Forget about having a polytechnic. Is the government going to do anything to look towards providing the rural youth also? ਜਿੱਥੇ ਸ਼੍ਰੋਮਣੀ ਅਕਾਲੀ ਦਲ ਸਮਾਜ ਦੀ ਸਮੱਸਿਆ ਤੇ ਆਰਥਿਕ ਸਥਿਤੀ ਨੂੰ ਸੁਧਾਰਨ ਵਿੱਚ ਲੱਗਿਆ ਸੀ, ਉੱਥੇ ਇਸ ਸੂਬੇ ਵਿੱਚ ਇੱਕ ਹੋਰ ਸਮਾਜਿਕ ਬੁਰਾਈ ਵਧਾਵਾ ਲੈ ਰਹੀ ਸੀ, ਭਰੂਣ ਹੱਤਿਆ, ਜਿਹਦਾ ਮੁੱਖ ਕਾਰਨ ਸੀ ਦਹੇਜ ਪ੍ਰਥਾ। ਇਸ ਸਮੱਸਿਆ ਦਾ ਪਰਿਣਾਮ ਇਹ ਹੋਇਆ ਕਿ ਪੰਜਾਬ ਵਿੱਚ 1000 ਮੁੰਡਿਆਂ ਦੇ ਅਨੁਪਾਤ 'ਚ ਸਿਰਫ 793 ਕੁੜੀਆਂ ਹੀ ਰਹਿ ਗਈਆਂ। ਇਸ ਸਮੱਸਿਆ ਤੋਂ ਲੜਨ ਲਈ ਸਭ ਤੋਂ ਪਹਿਲਾ ਕਦਮ ਚੁੱਕਿਆ ਬਾਦਲ ਪਰਿਵਾਰ ਦੀ ਧੀ ਹਰਸਿਮਰਤ ਕੌਰ ਬਾਦਲ ਨੇ। ਅਗਸਤ 2008 ਵਿੱਚ ਇੱਕ ਇਹੋ ਜਿਹੀ ਮੁਹਿੰਮ ਦੀ ਸ਼ੁਰੂਆਤ ਕੀਤੀ ਜਿਹਨੂੰ ਨਾਂ ਦਿੱਤਾ ਗਿਆ ਨੰਨੀ ਛਾਂ। ਇਸ ਮੁਹਿੰਮ ਦਾ ਮਕਸਦ ਕੁੜੀਆਂ ਤੇ ਵਾਤਾਵਰਣ ਨੂੰ ਬਚਾਉਣਾ ਸੀ। ਨੰਨੀ ਛਾਂ ਦੀ ਮੁਹਿੰਮ ਨੂੰ ਕਾਮਯਾਬ ਕਰਨ ਵਾਸਤੇ ਮੈਂ ਤੁਹਾਨੂੰ ਬੇਨਤੀ ਕਰਦੀ ਸੀ ਕਿ ਤੁਸੀਂ ਆਪਣੀ ਬੱਚਿਆਂ ਨੂੰ ਜਨਮ ਲੈਣ ਦਾ ਮੌਕਾ ਦਿਓ। ਤੁਸੀਂ ਇੱਕ ਇੱਕ ਬੂਟਾ ਲੈ ਕੇ ਇਹਨੂੰ ਦਰਖਤ ਬਣਾਉਣ ਵਿੱਚ ਆਪਣਾ ਯੋਗਦਾਨ ਪਾਓ। ਹਰਸਿਮਰਤ ਜੀ ਦੁਆਰਾ ਕੀਤੀ ਗਈ ਸਾਰਥਕ ਪਹਿਲ ਨੰਨੀ ਛਾਂ ਦੇ ਪਰਿਣਾਮ ਸਾਹਮਣੇ ਆਉਣ ਲੱਗੇ। ਅੱਜ ਪੰਜਾਬ ਵਿੱਚ 1000 ਮੁੰਡਿਆਂ ਦੇ ਅਨੁਪਾਤ ਵਿੱਚ 896 ਕੁੜੀਆਂ ਨੇ, ਤੇ ਉਹਨਾਂ ਦੇ ਇਸ ਅਭਿਆਨ ਨੂੰ ਆਪਣਾ ਆਸ਼ੀਰਵਾਦ ਦੇਣ ਲਈ ਸਾਰੇ ਧਰਮਾਂ ਦੇ ਆਚਾर्य ਤੇ ਗੁਰੂ ਇੱਕ ਮੰਚ ਤੇ ਇਕੱਠਾ ਹੋਏ। मैं सबसे पहले मुबारकबाद देता हूं अपनी बहन हरसिमरत कौर जी, जिन्होंने इस प्रोग्राम का नन्ही छांव के माध्यम से इसकी शुरुआत की है। मैं कल रात जब यहां पहुंचा और ये सारी चीजें देखने के बाद मेरे दिल से दुआ निकली इनके लिए, इनके परिवार के लिए, कि बहुत अच्छी बात है कि कोई उठे, क्योंकि ये ताकतवर लोग हैं, ये उठेंगे तो सब लोग चल पड़ेंगे। कार्यक्रम के लिए नन्ही छांव को और इस कार्यक्रम के आयोजन के लिए जो आपने धर्माचार्यों को एक मंच पर इकट्ठा किया है, और मैं यही कहूंगा कि आओ मिलकर बैठें, आपस में बात करें, 4 कदम ही सही चलने का साथ करें। आओ मिलकर बैठे, आपस में बात करें, 4 कदम ही सही चलने का साथ करें,
यूं तो दूरी से दूरी बढ़ती जाएगी, कभी तो हम खुद से खुद की मुलाकात करें। ਜੇਕਰ ਸੰਸਕ੍ਰਿਤ ਭਾਸ਼ਾ ਰਾਹੀਂ ਅਸੀਂ ਧੀ ਦੇ ਅਰਥ ਕਰੀਏ ਤਾਂ ਧੀ ਨਾਂ ਬੁੱਧੀ ਦਾ ਹੈ। ਅੱਜ ਜੇਕਰ ਅਸੀਂ ਵਿਚਾਰ ਕਰਕੇ ਵੇਖੀਏ ਤਾਂ ਸਾਡਾ ਕੁਝ ਕੁ ਸਮਾਜ ਤਾਂ ਔਰਤ ਨੂੰ ਲక్ష్ਮੀ ਕਰਕੇ ਜਾਣਦਾ ਹੈ, ਜਿਵੇਂ ਇਮਾਮ ਜੀ ਨੇ ਕਿਹਾ ਸੀ। ਪਰ ਬਾਹਰ ਤਾਂ ਹਰ ਇੱਕ ਨੂੰ ਲక్ష్ਮੀ ਧਨ ਚਾਹੀਦਾ ਹੈ, ਪਰ ਜਿਹੜੀ ਪ੍ਰਤੱਖ ਰੂਪ ਵਿੱਚ ਲక్ష్ਮੀ ਸਾਡੇ ਘਰ ਵਿੱਚ ਕੁਦਰਤ ਦੇ ਨਿਯਮ ਦੇ ਵਿੱਚ ਧੀ ਦੇ ਰੂਪ ਵਿੱਚ ਆ ਰਹੀ ਹੋਵੇ, ਉਸ ਦਾ ਤੂੰ ਕਤਲ ਹੀ ਕਰ ਦੇਵੇਂ, ਕਿ ਕੁਦਰਤ ਕਦੇ ਮਾਫ ਕਰੇਗੀ? ਕਿ ਰੱਬ ਦੀ ਨਜ਼ਰ ਵਿੱਚ ਤੈਨੂੰ ਪ੍ਰਵਾਨ ਕੀਤਾ ਜਾਏਗਾ? ਬਿਲਕੁਲ ਨਹੀਂ। ਸਤਿਗੁਰਾਂ ਨੇ ਬਾਣੀ ਵਿੱਚ ਵੀ ਇੱਕ ਬੜੇ ਪਿਆਰੇ ਬਚਨ ਕਹੇ ਨੇ, ਬ੍ਰਾਹਮਣ ਕੈਲੀ ਘਾਤ ਕੰਜ ਕਾ ਅਨਚਾਰੀ ਕਾ ਧਾਨ। ਇਹ ਪਾਪਾਂ ਦੀ ਗਿਣਤੀ ਹੈ। ਕੰਜਕਾ ਤੋਂ ਭਾਵ ਬੱਚੀ ਦਾ ਕਤਲ ਹੈ, ਭਾਰੀ ਪਾਪ ਹੈ। ਇਹ ਦੋਵਾਂ ਚੀਜ਼ਾਂ ਦਾ ਬੜਾ ਸੰਬੰਧ ਹੈ, ਦਰਖਤਾਂ ਦਾ ਤੇ ਬੀਬੀਆਂ ਦਾ। ਜਿਵੇਂ ਕਹਿ ਲੋ, ਜਿਵੇਂ ਕਿਹਾ ਮਾਵਾਂ ਠੰਡੀਆਂ ਛਾਵਾਂ, ਠੰਡੀ ਛਾਂ ਕਿੱਥੋਂ ਆਉਂਦੀ ਹੈ? ਦਰਖਤ ਤੋਂ ਆਉਂਦੀ ਹੈ। ਅੱਜ ਆਪਾਂ ਦਰਖਤ ਵੀ ਕੱਟੇ ਜਾ ਰਹੇ ਹਾਂ। ਅੱਜ ਜਿਵੇਂ ਸਾਰਿਆਂ ਨੂੰ ਪਹਿਲਾਂ ਬੀਬੀ ਹਰਸਿਮਰਤ ਨੇ ਦੱਸਿਆ ਕਿ ਮਾਤਾ ਦੀ ਕੁੱਖ ਵਿੱਚ पैदा हुई बच्ची को भी पहला मार देने। इसलिए अब जरूरत है कि हम दोनों पॉल्यूशन और भ्रूण हत्या को खत्म करने के लिए पूरा जोर दें। इस मुहिम ਨੂੰ ਕਾਮਯਾਬ ਕਰਨ ਵਾਸਤੇ ਤੁਸੀਂ ਆਪਣਾ ਯੋਗਦਾਨ ਦਿਓ ਤੇ ਨੰਨੀ ਛਾਂ ਦੀ ਸੋਚ ਨੂੰ ਪੰਜਾਬ ਦੇ ਹੀ ਨਹੀਂ ਲੇਕਿਨ ਹਿੰਦੁਸਤਾਨ ਦੇ ਕੋਨੇ-ਕੋਨੇ ਵਿੱਚ ਲਿਜਾ ਕੇ ਅਸੀਂ ਆਪ ਅਗਲੀ ਪੀੜ੍ਹੀ ਆਉਣ ਵਾਲੇ ਸਮੇਂ ਵਿੱਚ ਆਪਣਾ ਭਵਿੱਖ ਹੀ ਨਹੀਂ ਲੇਕਿਨ ਸਾਡੇ ਅਗਲੇ ਆਉਣ ਵਾਲੀ ਪੀੜ੍ਹੀਆਂ ਵਾਸਤੇ ਵੀ ਇੱਕ ਸੁਨਹਿਰਾ ਭਵਿੱਖ ਅਸੀਂ ਉਸਾਰ ਕੇ ਦਈਏ। ਜਦ ਹਰਸਿਮਰਤ ਜੀ ਦੇ ਸਮਾਜਿਕ ਕਾਰਜ ਬਾਰੇ ਸਾਡੇ ਦੇਸ਼ ਦੀ ਰਾਸ਼ਟਰਪਤੀ ਪ੍ਰਤਿਭਾ ਦੇਵੀ ਸਿੰਘ ਪਾਟਿਲ ਜੀ ਨੂੰ ਪਤਾ ਚੱਲਿਆ ਤਾਂ ਉਹ ਵੀ ਹਰਸਿਮਰਤ ਜੀ ਦੇ ਨਾਲ ਇਸ ਮੁਹਿੰਮ ਵਿੱਚ ਸ਼ਾਮਿਲ ਹੋ ਗਏ। नन्ही छान द्वारा महिला सशक्तिकरण तथा बालिका बचाओ इस विषय पर ये जो संगोष्ठी आयोजित की है, इसलिए मैं नन्ही छान को और उसकी प्रेसिडेंट हरसिमरत कौर को धन्यवाद देती हूँ। यही नहीं, औरतां नूं समाज विच बराबरी दा हक दिवाउण वास्ते पिंड-पिंड विच सिलाई सेंटर भी खोले गए, जिथे उन्हां नूं दरियां ते फुलकारी बनानी सिखाई जांदी है ताकि ਉਹ ਆਪਣੇ ਸੁਪਨੇ ਪੂਰੇ ਕਰ ਸਕਣ। ਬਠਿੰਡਾ ਦੇ ਸਾਂਸਦ ਦੇ ਰੂਪ ਵਿੱਚ ਹਰਸਿਮਰਤ ਜੀ ਨੇ ਜੋ ਕੰਮ ਕੀਤੇ ਨੇ ਉਹ ਵਾਕਈ ਕਾਬਿਲੇ ਤਾਰੀਫ ਨੇ। ਉਹਨਾਂ ਨੇ ਸਮਾਜ ਦੇ ਹਰ ਪਹਿਲੂ 'ਚ ਆਪਣਾ ਯੋਗਦਾਨ ਦਿੱਤਾ ਹੈ, ਭਾਵੇਂ ਉਹ ਸਮਾਜਿਕ ਹੋਵੇ ਜਾਂ ਰਾਜਨੀਤਿਕ। ਸਾਦਗੀ ਪਸੰਦ ਹਰਸਿਮਰਤ ਜੀ ਦਾ ਇੱਕ ਹੀ ਸੁਪਨਾ ਹੈ, ਇੱਕ ਸਮਰਿੱਧ ਸਮਾਜ ਤੇ ਖੁਸ਼ਹਾਲ ਪੰਜਾਬ। सतनाम श्री वाहेगुरु। ਕਹਿੰਦੇ ਨੇ ਕਿ ਜਦ ਸੂਰਜ ਚੱਲਦਾ ਹੈ ਤਾਂ ਸਾਰੀ ਸ੍ਰਿਸ਼ਟੀ ਚੱਲਦੀ ਹੈ ਤੇ ਜਦ ਇੱਕ ਔਰਤ ਚੱਲਦੀ ਹੈ ਤਾਂ ਪੂਰਾ ਸਮਾਜ ਚੱਲਦਾ ਹੈ।